ਅੱਜ मैं ਆਪਣੇ ਦਫ਼ਤਰ ਦੀ ਇੱਕ ਜ਼ਰੂਰੀ ਫਾਈਲ ਘਰ ਵਿੱਚ ਹੀ ਭੁੱਲ ਆਇਆ ਸੀ। ਇੱਕ ਜ਼ਰੂਰੀ ਮੀਟਿੰਗ ਤੋਂ ਪਹਿਲਾਂ ਮੈਨੂੰ ਉਸ ਫਾਈਲ ਦੀ ਜ਼ਰੂਰਤ ਸੀ, ਇਸ ਲਈ ਮੈਂ 11 ਵਜੇ ਘਰ ਵਾਪਸ ਆ ਗਿਆ ਸੀ। ਮੇਰੇ ਕੋਲ ਮੇਰੇ ਘਰ ਦੇ ਬਾਹਰਲੇ ਦਰਵਾਜ਼ੇ ਦੀਆਂ ਚਾਬੀਆਂ ਸਨ, ਇਸ ਲਈ ਮੈਂ ਆਪਣੇ ਆਪ ਦਰਵਾਜ਼ਾ ਖੋਲ੍ਹ ਕੇ ਘਰ ਦੇ ਅੰਦਰ ਦਾਖਲ ਹੋ ਗਿਆ। ਜਿਵੇਂ ਹੀ ਮੈਂ ਅੱਗੇ ਵਧਿਆ, ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ। ਜਦੋਂ ਮੈਂ ਹੋਰ ਅੱਗੇ ਵਧਿਆ ਤਾਂ ਇੱਕ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ। ਮੈਂ ਜਦੋਂ ਅੰਦਰ ਦੇਖਿਆ ਤਾਂ ਮੇਰੀ ਘਰਵਾਲੀ ਹੱਸ-ਹੱਸ ਕੇ ਗੱਲਾਂ ਕਰਦੀ ਹੋਈ ਨਜ਼ਰ ਆਈ। ਦੂਜੇ ਪਾਸੇ ਸਾਡੀ ਨੌਕਰਾਣੀ ਸਿਰ ਤੇ ਚੁੰਨੀ ਲਈ ਬੈਠੀ ਸੀ। ਮੈਂ ਜਿਵੇਂ ਹੀ ਅੱਗੇ ਵਧਿਆ ਤਾਂ ਉਹਨਾਂ ਦੋਨਾਂ ਦੀ ਨਜ਼ਰ ਮੇਰੇ ਤੇ ਪੈ ਗਈ। ਜਦੋਂ ਮੈਂ ਉਹਨਾਂ ਵੱਲ ਨੂੰ ਵਧਿਆ ਤਾਂ ਨੌਕਰਾਣੀ ਨੇ ਜਲਦੀ ਨਾਲ ਆਪਣਾ ਮੂੰਹ ਚੁੰਨੀ ਨਾਲ ਢੱਕ ਲਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਮੈਨੂੰ ਸ਼ੱਕ ਹੋ ਗਿਆ ਕਿਉਂਕਿ ਉਹ ਬੜੀ ਤੇਜ਼ੀ ਨਾਲ ਭੱਜੀ ਸੀ ਅਤੇ ਮੈਂ ਉਸ ਨੂੰ ਫੜ ਨਹੀਂ ਪਾਇਆ, ਪਰ ਉਸ ਦੀ ਚੁੰਨੀ ਮੇਰੇ ਹੱਥ ਵਿੱਚ ਆ ਗਈ ਸੀ। ਨੌਕਰਾਣੀ ਨੇ ਜਦੋਂ ਦੁਪੱਟਾ ਛੁਡਾਉਣ ਲਈ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੇ ਸਾਹ ਰੁਕ ਗਏ, ਕਿਉਂਕਿ ਨੌਕਰਾਣੀ ਦੇ ਭੇਸ ਵਿੱਚ ਤਾਂ ਮੇਰਾ ਨਾਂ ਰਾਜੇਸ਼ ਹੈ। ਮੇਰਾ ਜਨਮ ਇੱਕ ਚੰਗੇ ਪਰਿਵਾਰ ਵਿੱਚ ਹੋਇਆ ਸੀ। ਮੇਰਾ ਵਿਆਹ ਬੜੀ ਧੂਮਧਾਮ ਨਾਲ ਹੋਇਆ ਸੀ ਤੇ ਮੇਰਾ ਵਿਆਹ ਘਰ ਵਾਲਿਆਂ ਦੀ ਪਸੰਦ ਨਾਲ ਹੋਇਆ ਸੀ। ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਮੇਰਾ ਲਖਨਊ ਤੋਂ ਕਾਨਪੁਰ ਟ੍ਰਾਂਸਫਰ ਹੋਇਆ। ਮੇਰੀ ਪਤਨੀ ਜਿੱਦ ਕਰਨ ਲੱਗੀ ਕਿ ਮੈਂ ਤੁਹਾਡੇ ਨਾਲ ਕਾਨਪੁਰ ਜਾਵਾਂਗੀ, ਕਿਉਂਕਿ ਵਿਆਹ ਤੋਂ ਪਹਿਲਾਂ ਉਹ ਕਾਨਪੁਰ ਵਿੱਚ ਹੀ ਰਹਿੰਦੀ ਸੀ। ਮੈਂ ਕਿਹਾ, ਦੇਖ ਕੋਮਲ, ਕੁਝ ਦਿਨ ਰੁਕ ਜਾ, ਮੈਨੂੰ ਫਲੈਟ ਨੂੰ ਸੈੱਟ ਕਰ ਲੈਣ ਦੇ, ਫਿਰ ਮੈਂ ਤੈਨੂੰ ਵੀ ਬੁਲਾ ਲਵਾਂਗਾ। ਪਰ ਉਸਨੇ ਮੇਰੀ ਇੱਕ ਨਾ ਸੁਣੀ। ਇੱਧਰ ਮੇਰੇ ਮਾਤਾ ਪਿਤਾ ਮੇਰੇ ਤੋਂ ਨਾਰਾਜ਼ ਹੋ ਰਹੀ ਸੀ ਕਿ ਆਪਣੀ ਪਤਨੀ ਨੂੰ ਸਾਡੇ ਕੋਲ ਛੱਡ ਕੇ ਜਾ, ਪਰ ਕੋਮਲ ਪਿਆਰ ਨਾਲ ਕਹਿਣ ਲੱਗੀ ਤਾਂ ਮੇਰਾ ਦਿਲ ਪਿਘਲ ਗਿਆ ਤੇ ਫਿਰ ਮੈਂ ਉਸ ਨੂੰ ਆਪਣੇ ਨਾਲ ਕਾਨਪੁਰ ਲੈ ਆਇਆ। ਕਾਨਪੁਰ ਆਉਣ ਤੋਂ ਬਾਅਦ ਸਾਡੇ ਵਧੀਆ ਦਿਨਾਂ ਦੀ ਸ਼ੁਰੂਆਤ ਹੋ ਗਈ ਸੀ। ਅਸੀਂ ਦੋਵੇਂ ਘੁੰਮਦੇ ਫਿਰਦੇ ਹੋਟਲ ਵਿੱਚ ਹੀ ਖਾਣਾ ਖਾਂਦੇ, ਪਰ ਸਮੇਂ ਦੇ ਨਾਲ ਅਸਲ ਜ਼ਿੰਦਗੀ ਦੀ ਸ਼ੁਰੂਆਤ ਹੋ ਗਈ ਸੀ। ਮੈਂ ਇੱਕ ਪੋਜ਼ ਏਰੀਏ ਵਿੱਚ ਕਿਰਾਏ ਤੇ ਘਰ ਲੈ ਲਿਆ ਸੀ। ਸਫਾਈ ਨਾ ਹੋਣ ਦੇ ਕਾਰਨ ਉਹ ਘਰ ਗੰਦਾ ਹੋਇਆ ਪਿਆ ਸੀ। ਜਦੋਂ ਮੈਂ ਕੋਮਲ ਨੂੰ ਸਫਾਈ ਕਰਨ ਲਈ ਕਿਹਾ ਤਾਂ ਉਹ ਮੂੰਹ ਫੁਲਾ ਕੇ ਬੈਠ ਗਈ ਤੇ ਕਹਿੰਦੀ, ਮੈਂ ਕੰਮ ਵਾਲੀ ਨੌਕਰਾਣੀ ਹਾਂ ਜਾਂ ਪਤਨੀ। ਮੈਂ ਉਸ ਨੂੰ ਸਮਝਾਉਂਦਾ ਸੀ ਕਿ ਨੇਹਾ ਭਾਬੀ ਤੇ ਪਾਇਲ ਭਾਬੀ ਵੀ ਤਾਂ ਕੰਮ ਕਰਦੀ ਸੀ ਨਾ, ਜੇ ਤੂੰ ਕਰ ਲਵੇਗੀ ਤਾਂ ਕੀ ਹੋ ਜਾਵੇਗਾ। ਉਹ ਗੁੱਸੇ ਵਿੱਚ ਕਹਿੰਦੀ, ਉਹਨਾਂ ਦੋਨਾਂ ਦੀ ਵਜ੍ਹਾ ਨਾਲ ਤਾਂ ਮੈਂ ਉੱਧਰ ਸਹੁਰੇ ਨਹੀਂ ਰੁਕੀ। ਉਹ ਖੁਦ ਤਾਂ ਮਸ਼ੀਨ ਬਣੀਆਂ ਹੋਈਆਂ ਸਨ, ਮੈਨੂੰ ਵੀ ਮਸ਼ੀਨ ਬਣਾਉਣਾ ਚਾਹੁੰਦੀਆਂ ਸਨ। ਹੁਣ ਮੈਂ ਉਸਦੀ ਇਹਨਾਂ ਗੱਲਾਂ ਦਾ ਕੀ ਜਵਾਬ ਦਿੰਦਾ। ਮੈਂ ਦਫ਼ਤਰ ਤੋਂ ਆ ਕੇ ਇਕੱਲੇ ਹੀ ਪੂਰੇ ਘਰ ਦੀ ਸਫਾਈ ਕਰ ਦਿੰਦਾ। ਮੇਰੇ ਲਈ ਇੰਨਾ ਹੀ ਬਹੁਤਾ ਸੀ ਕਿ ਉਹ ਖਾਣਾ ਬਣਾ ਲੈਂਦੀ ਸੀ। ਖਾਣਾ ਜਿਵੇਂ ਵੀ ਬਣਦਾ ਮੈਂ ਖਾ ਲੈਂਦਾ ਸੀ। ਸਾਡਾ ਸਾਰਾ ਕੁਝ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ। ਜ਼ਿੰਦਗੀ ਵਿੱਚ ਸ਼ਾਂਤੀ ਹੀ ਸ਼ਾਂਤੀ ਸੀ। ਪਰ ਅਚਾਨਕ ਪਤਾ ਨਹੀਂ ਕੀ ਹੋਇਆ, ਮੇਰੀ ਪਤਨੀ ਪਰੇਸ਼ਾਨ ਰਹਿਣ ਲੱਗੀ, ਗੱਲ ਤੇ ਗੁੱਸਾ ਹੋ ਜਾਂਦੀ ਸੀ। ਇੱਕ ਦਿਨ ਕੋਮਲ ਨੇ ਦੱਸਿਆ, ਮੈਨੂੰ ਨੌਕਰਾਣੀ ਮਿਲ ਗਈ ਹੈ। ਮੈਂ ਕਈ ਦਿਨਾਂ ਤੋਂ ਕੰਮ ਵਾਲੀ ਨੂੰ ਲੱਭ ਰਹੀ ਸੀ। ਉਸਨੇ ਕਿਹਾ, ਕੰਮ ਵਾਲੀ 2 ਘੰਟੇ ਲਈ ਆਵੇਗੀ ਤੇ ਘਰ ਦੀ ਸਫਾਈ ਕਰਕੇ ਚਲੀ ਜਾਵੇਗੀ। ਮੈਨੂੰ ਬਹੁਤ ਖੁਸ਼ੀ ਹੋਈ ਕਿ ਚਲੋ ਹੁਣ ਘਰ ਦੀ ਸਫਾਈ ਨਹੀਂ ਕਰਨੀ ਪਵੇਗੀ, ਪਰ ਮੈਨੂੰ ਚਿੰਤਾ ਵੀ ਹੋ ਰਹੀ ਸੀ। ਮੈਂ ਕਿਹਾ, ਕੋਮਲ ਧਿਆਨ ਰੱਖਣਾ, ਨੌਕਰਾਣੀਆਂ ਘਰ ਦੀ ਸਫਾਈ ਕਰਨ ਤਾਂ ਆਉਂਦੀਆਂ ਹਨ, ਪਰ ਚੋਰੀ ਕਰਕੇ ਚਲੀ ਜਾਂਦੀਆਂ ਹਨ। ਮੇਰੀ ਗੱਲ ਸੁਣ ਕੇ ਉਹ ਹੱਸ ਪਈ ਤੇ ਕਿਹਾ, ਚਿੰਤਾ ਨਾ ਕਰੋ, ਐਦਾਂ ਦਾ ਕੁਝ ਨਹੀਂ ਹੋਵੇਗਾ। ਹੁਣ ਇੱਕ ਵਾਰ ਫੇਰ ਤੋਂ ਘਰ ਵਿੱਚ ਸ਼ਾਂਤੀ ਆ ਗਈ ਸੀ। ਕੋਮਲ ਬਹੁਤ ਖੁਸ਼ ਤੇ ਤਿਆਰ ਹੋ ਕੇ ਰਹਿਣ ਲੱਗੀ ਸੀ। ਮੈਂ ਘਰ ਆਉਂਦਾ ਤਾਂ ਉਸ ਨੂੰ ਬਹੁਤ ਖੁਸ਼ ਦੇਖਦਾ ਸੀ। ਮੈਨੂੰ ਤਸੱਲੀ ਹੋ ਗਈ ਕਿ ਚਲੋ ਸਭ ਕੁਝ ਠੀਕ ਹੋ ਗਿਆ ਹੈ। ਪਰ ਇੱਕ ਦਿਨ ਜਦੋਂ ਮੈਂ ਦਫ਼ਤਰ ਦੀ ਇੱਕ ਜ਼ਰੂਰੀ ਫਾਈਲ ਘਰ ਵਿੱਚ ਭੁੱਲ ਗਿਆ ਸੀ, ਘਰ ਆ ਕੇ ਮੈਂ ਜੋ ਦੇਖਿਆ ਉਸ ਨੂੰ ਦੇਖਦੇ ਹੀ ਮੇਰੇ ਹੋਸ਼ ਉੱਡ ਗਏ। ਇਹ ਸਭ ਮੇਰੇ ਲਈ ਹੈਰਾਨ ਕਰਨ ਵਾਲਾ ਸੀ। ਇਸ ਲਈ ਮੈਂ ਕੋਮਲ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਦੇਰ ਰਾਤ ਜਦੋਂ ਮੈਂ ਘਰ ਆਇਆ ਤਾਂ ਕੋਮਲ ਨੇ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਮੈਂ ਪਰੇਸ਼ਾਨ ਹੋ ਕੇ ਦਰਵਾਜ਼ਾ ਖੋਲ੍ਹ ਦਿੱਤਾ ਤੇ ਉਸ ਨੂੰ ਪੁੱਛਿਆ, ਤੂੰ ਮੈਨੂੰ ਸਾਫ਼-ਸਾਫ਼ ਦੱਸ ਕਿ ਅੱਜ ਸਾਡੇ ਘਰ ਵਿੱਚ ਨੌਕਰਾਣੀ ਦੇ ਭੇਸ ਵਿੱਚ ਕੌਣ ਮੌਜੂਦ ਸੀ। ਤਾਂ ਉਹ ਬੋਲੀ, ਤੁਹਾਨੂੰ ਮੇਰੀ ਕਸਮ ਹੈ, ਪਹਿਲਾਂ ਤੁਸੀਂ ਮੇਰੀ ਗੱਲ ਸੁਣੋ।
ਫਿਰ ਮੈਂ ਤੁਹਾਨੂੰ ਉਸ ਨਾਲ ਮਿਲਵਾ ਦੇਵਾਂਗੀ। ਮੈਂ ਆਪਣੀ ਪਤਨੀ ਨੂੰ ਇੱਕ ਮੌਕਾ ਦਿੱਤਾ। ਮੈਂ ਦਿਲ ਤੋਂ ਇਹੀ ਚਾਹੁੰਦਾ ਸੀ ਕਿ ਉਹ ਮੇਰੇ ਸਾਰੇ ਸ਼ੱਕ ਨੂੰ ਝੂਠਾ ਸਾਬਤ ਕਰੇ, ਕਿਉਂਕਿ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ। ਕੋਮਲ ਨੇ ਆਪਣੇ ਹੰਝੂ ਪੁੰਝੇ ਤੇ ਕਹਿਣ ਲੱਗੀ, ਰਾਜੇਸ਼, ਅਸੀਂ 7 ਭੈਣਾਂ ਤੇ ਇੱਕ ਭਰਾ ਸੀ। ਪਿਤਾ ਜੀ ਦਿਹਾੜੀ ਮਜ਼ਦੂਰ ਤੇ ਮਾਂ ਦਰਜੀ ਸੀ। ਅਸੀਂ ਸਾਰੇ ਛੋਟੇ ਛੋਟੇ ਸੀ ਤਾਂ ਸਾਡੇ ਪੇਟ ਵੀ ਛੋਟੇ ਸੀ। ਸਾਡਾ ਪੇਟ ਮਾਂ ਦੀ ਸਿਲਾਈ ਦੀ ਕਮਾਈ ਨਾਲ ਭਰ ਜਾਂਦਾ ਸੀ। ਜਦੋਂ ਅਸੀਂ ਵੱਡੇ ਹੋਏ ਤਾਂ ਸਾਡੀ ਭੁੱਖ ਵੀ ਵਧਣ ਲੱਗ ਗਈ। ਹੁਣ ਥੋੜੇ ਖਾਣੇ ਨਾਲ ਕਿੱਥੇ ਗੁਜ਼ਾਰਾ ਹੁੰਦਾ ਸੀ। ਮਾਂ ਦਾਲ ਬਣਾਉਣ ਦਾ ਬਰਤਨ ਚੁੱਲ੍ਹੇ ਤੇ ਚੜਾ ਦਿੰਦੀ ਤੇ ਜੀਭ ਭਰ ਕੇ ਦਾਲ ਵਿੱਚ ਪਾਣੀ ਪਾ ਦਿੰਦੀ, ਪਰ ਸਾਨੂੰ ਰੋਟੀ ਹਰ ਵਾਰ ਥੋੜੀ ਪੈ ਜਾਂਦੀ ਸੀ। ਅਸੀਂ ਬਿਨਾਂ ਪੇਟ ਭਰੇ ਹੀ ਉੱਠ ਜਾਂਦੇ ਸੀ। ਜਦੋਂ ਕਈ ਦਿਨ ਤੱਕ ਐਦਾਂ ਹੀ ਮੁਸੀਬਤ ਸਹਿਣੀ ਪਈ ਤਾਂ ਸਾਡੀ ਖਾਣਾ ਖਾਣ ਵਾਲੀ ਚਟਾਈ ਇੱਧਰ ਉੱਧਰ ਹੋ ਗਈ ਸੀ। ਅਸੀਂ ਸਾਰੇ ਭੈਣ ਭਰਾ ਇੱਕ ਦੂਜੇ ਤੋਂ ਖਾਣਾ ਚੁਰਾ ਕੇ ਖਾਣ ਲੱਗੇ। ਮੇਰਾ ਸਭ ਤੋਂ ਛੋਟਾ ਭਰਾ ਰਾਜਵੀਰ, ਉਹ ਖਾਣਾ ਮੁੱਠੀਆਂ ਵਿੱਚ ਭਰ ਲੈਂਦਾ। ਅਸੀਂ ਉਸ ਨੂੰ ਕੁਝ ਨਹੀਂ ਕਹਿੰਦੇ ਸੀ। ਜਦੋਂ ਉਹ ਲੜ ਝਗੜ ਕੇ ਉੱਠ ਜਾਂਦੇ ਤਾਂ ਆਪਣੇ ਆਪਣੇ ਛੋਟੇ ਹੱਥਾਂ ਨਾਲ ਰੋਟੀ ਦੇ ਟੁਕੜੇ ਕੱਢ ਕੇ ਮਾਂ ਨੂੰ ਖਵਾਉਣ ਲੱਗ ਜਾਂਦੇ। ਜਦੋਂ ਮਾਂ ਰੋਂਦੀ, ਰਾਜੀਵ ਆਪਣੀ ਕਮੀਜ਼ ਨਾਲ ਮਾਂ ਦੇ ਹੰਝੂ ਪੁੰਝ ਦਿੰਦਾ। ਮੇਰੀ ਸਭ ਤੋਂ ਵੱਡੀ ਭੈਣ 17 ਸਾਲ ਦੀ ਸੀ। ਰਾਜਵੀਰ 4 ਸਾਲ ਦਾ ਸੀ। ਇਹ ਜੋ ਉਮਰ ਦਾ ਅੰਤਰ ਸੀ, ਇਹ ਬਹੁਤ ਹੀ ਖਤਰਨਾਕ ਸੀ। ਭੈਣ ਦੇ ਵਿਆਹ ਦੀ ਉਮਰ ਨਿਕਲਦੀ ਜਾ ਰਹੀ ਸੀ, ਪਰ ਗਰੀਬ ਘਰ ਦੀ ਕੁੜੀ ਨਾਲ ਕੌਣ ਵਿਆਹ ਕਰਦਾ ਹੈ। ਹੁਣ ਸਾਨੂੰ ਭੈਣਾਂ ਨੂੰ ਰਾਜਵੀਰ ਤੋਂ ਬਹੁਤ ਉਮੀਦ ਸੀ। ਗਿਣ ਗਿਣ ਕੇ ਦਿਨ ਕੱਟ ਰਹੇ ਸੀ, ਕਦੋਂ ਉਹ ਜਵਾਨ ਹੋਵੇਗਾ। ਸਮਾਂ ਬੀਤਦਾ ਗਿਆ ਤੇ ਰਾਜੀਵ ਜਵਾਨ ਹੋ ਗਿਆ। ਜਦੋਂ ਅਸੀਂ ਸਾਰੀਆਂ ਭੈਣਾਂ ਪੱਕੀ ਉਮਰ ਦੀ ਹੋ ਗਈਆਂ, ਅਸੀਂ ਆਪਣੀ ਕਿਸਮਤ ਤੇ ਰੋਂਦੇ ਸੀ ਤੇ ਉਹ ਸਭ ਤੋਂ ਵੱਡੀ ਭੈਣ ਮੀਨਾ ਦੇ ਗਲ ਲੱਗ ਕੇ ਰੋ ਪੈਂਦਾ। ਮਾਂ ਆਪਣਾ ਮੱਥਾ ਪਿੱਟ ਕੇ ਰਹਿ ਜਾਂਦੀ। ਮਾਂ ਰਾਜੀਵ ਨੂੰ ਬਹੁਤ ਸਮਝਾਉਂਦੀ ਸੀ ਕਿ ਤੂੰ ਇੱਕ ਮਰਦ ਹੈ। ਜਦੋਂ ਇੱਕ ਔਰਤ ਕਿਸੇ ਮਰਦ ਦੇ ਸਾਹਮਣੇ ਮਜਬੂਰ ਹੋ ਕੇ ਹੰਝੂ ਪਾਉਂਦੀ ਹੈ ਤਾਂ ਮਰਦ ਆਪਣੀ ਹਿੰਮਤ ਜੁਟਾ ਕੇ ਉਸ ਦੇ ਹੰਝੂ ਪੁੰਝ ਦਿੰਦਾ ਹੈ, ਖੁਦ ਰੋਣ ਨਹੀਂ ਬੈਠ ਜਾਂਦਾ। ਪਰ ਰਾਜੀਵ ਨੂੰ ਇਹ ਗੱਲਾਂ ਕਿੱਥੇ ਸਮਝਾਉਣ ਵਾਲੀਆਂ ਸੀ। ਉਸ ਵਿਚਾਰੇ ਦੇ ਵੀ ਸਾਡੀ ਤਰ੍ਹਾਂ ਹੀ ਨਸੀਬ ਫੁੱਟੇ ਹੋਏ ਸਨ। ਪੜ੍ਹਾਈ ਤੋਂ ਵੀ ਦੂਰ ਹੋਇਆ ਸੀ ਤੇ ਹੁਨਰ ਤੋਂ ਵੀ। ਜਦੋਂ ਉਹ 17 ਸਾਲ ਦਾ ਹੋਇਆ ਤਾਂ ਮਾਂ ਨੇ ਉਸ ਨੂੰ ਬਿਜਲੀ ਦਾ ਕੰਮ ਸਿਖਾਉਣ ਲਾ ਦਿੱਤਾ, ਪਰ ਉਸ ਕੋਲ ਕੰਮ ਸਿੱਖਣ ਲਈ ਸਮਾਂ ਹੀ ਨਹੀਂ ਬਚਦਾ ਸੀ। ਮਾਂ ਦੇ ਅੱਖਾਂ ਦੀ ਰੋਸ਼ਨੀ ਬਹੁਤ ਕਮਜ਼ੋਰ ਹੋ ਚੁੱਕੀ ਸੀ। ਉਹ ਸਿਲਾਈ ਨਹੀਂ ਕਰ ਸਕਦੀ ਸੀ। ਵੱਡੀ ਭੈਣ ਵੀ ਸਿਲਾਈ ਤੋਂ ਪਿੱਛੇ ਹਟ ਚੁੱਕੀ ਸੀ। ਹੁਣ ਸਵੇਰੇ ਸ਼ਾਮ ਸਾਡੇ ਹਾਲਾਤ ਇੱਕੋ ਜਿਹੇ ਹੀ ਸਨ। ਅਸੀਂ ਭੁੱਖੇ ਰਹਿੰਦੇ ਤੇ ਪਿਤਾ ਜੀ ਸ਼ਾਮ ਨੂੰ ਸ਼ਰਾਬ ਪੀ ਕੇ ਆਉਂਦੇ ਤੇ ਬਿਸਤਰ ਤੇ ਡਿੱਗਦੇ ਹੀ ਸੋ ਜਾਂਦੇ ਸੀ। ਮਾਂ ਰਾਤ ਨੂੰ ਭੁੱਖ ਦੇ ਕਾਰਨ ਰੋ ਰਹੀ ਸੀ। ਰਾਜੀਵ ਨੀਂਦ ਤੋਂ ਉੱਠ ਕੇ ਉਹਨਾਂ ਕੋਲ ਗਿਆ ਤੇ ਉਹਨਾਂ ਨੂੰ ਵੀ ਗਲ ਲਾ ਕੇ ਰੋਣ ਲੱਗਾ। ਫਿਰ ਸਵੇਰ ਹੋਈ ਤਾਂ ਉਸਨੇ ਆਪਣਾ ਫੈਸਲਾ ਸੁਣਾ ਦਿੱਤਾ ਕਿ ਉਹ ਬਿਜਲੀ ਦਾ ਕੰਮ ਨਹੀਂ ਸਿੱਖੇਗਾ, ਬਲਕਿ ਦਿਹਾੜੀ ਮਜ਼ਦੂਰੀ ਕਰੇਗਾ। ਸਮੇਂ ਦੀ ਮੰਗ ਵੀ ਇਹੀ ਸੀ, ਤਾਂ ਹੀ ਅਸੀਂ ਸਾਰੇ ਚੁੱਪ ਹੀ ਰਹੇ। ਹੁਣ ਇੱਕ ਮੁੰਡਾ ਹਰ ਰੋਜ਼ ਰਾਜੀਵ ਦੇ ਨਾਲ ਸਾਡੇ ਘਰ ਆਉਂਦਾ। ਉਸਦਾ ਨਾਂ ਰੋਸ਼ਨ ਸੀ। ਉਹ ਉਮਰ ਵਿੱਚ ਰਾਜੀਵ ਤੋਂ ਬਹੁਤ ਵੱਡਾ ਸੀ, ਸ਼ਾਇਦ ਮੇਰੇ ਤੋਂ ਵੀ 1-2 ਸਾਲ ਵੱਡਾ ਹੀ ਸੀ। ਉਹ ਮਾਂ ਨੂੰ ਆ ਕੇ ਦਿਲਾਸਾ ਦਿੰਦਾ ਕਿ ਚਿੰਤਾ ਨਾ ਕਰੋ, ਸਭ ਠੀਕ ਹੋ ਜਾਵੇਗਾ। ਉਹ ਚੋਰੀ ਚੋਰੀ ਮੈਨੂੰ ਦੇਖਦਾ ਰਹਿੰਦਾ। ਉਸ ਨੂੰ ਮੈਂ ਚੰਗੀ ਲੱਗਣ ਲੱਗੀ ਸੀ ਤੇ ਮੈਨੂੰ ਉਸਨੇ ਮੈਨੂੰ ਕਿਹਾ ਕਿ ਜਦੋਂ ਉਸਦੇ ਘਰ ਦੇ ਹਾਲਾਤ ਠੀਕ ਹੋ ਜਾਣਗੇ ਤਾਂ ਉਹ ਮੈਨੂੰ ਆਪਣੀ ਦੁਲਹਨ ਬਣਾ ਕੇ ਲੈ ਜਾਵੇਗਾ। ਫਿਰ ਇੱਕ ਦਿਨ ਰੋਸ਼ਨ ਗਾਇਬ ਹੋ ਗਿਆ। ਮੈਨੂੰ ਉਮੀਦ ਸੀ ਕਿ ਉਹ ਇੱਕ ਦਿਨ ਜ਼ਰੂਰ ਵਾਪਸ ਆਵੇਗਾ। ਇਸ ਵਿਚਾਲੇ ਰਾਜੀਵ ਵੀ ਪੂਰੇ ਦਿਨ ਗਾਇਬ ਰਹਿੰਦਾ ਸੀ। ਹੁਣ ਤਾਂ ਉਹ ਰਾਤ ਵੀ ਬਾਹਰ ਗੁਜ਼ਾਰਨ ਲੱਗਿਆ ਸੀ। ਇੱਕ ਦਿਨ ਉਹ ਰੋਜ਼ ਦੀ ਤਰ੍ਹਾਂ ਘਰ ਤੋਂ ਬਾਹਰ ਨਿਕਲਿਆ ਤੇ ਵਾਪਸ ਹੀ ਨਹੀਂ ਆਇਆ। ਮਾਂ ਤੇ ਸਾਡੀਆਂ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ। ਮਾਂ ਪੂਰੇ ਦਿਨ ਏਦਾਂ ਰੋਂਦੀ ਰਹਿੰਦੀ ਸੀ ਜਿਵੇਂ ਉਸਦੀ ਮੌਤ ਹੋ ਗਈ ਹੋਵੇ। ਅਸੀਂ ਬਹੁਤ ਦੁਖੀ ਰਹਿਣ ਲੱਗੇ। ਅਸੀਂ ਭੈਣਾਂ ਭਰਾ ਨੂੰ ਬਹੁਤ ਯਾਦ ਕਰਦੀਆਂ ਤੇ ਆਪਣੀ ਇੱਛਾਵਾਂ ਤੇ ਹੰਝੂ ਬਹਾਉਂਦੇ। ਕਈ ਦਿਨਾਂ ਤੋਂ ਸਾਨੂੰ ਖਾਣਾ ਨਸੀਬ ਨਹੀਂ ਹੋਇਆ ਸੀ, ਜਿਸ ਦੇ ਚਲਦੇ ਮੇਰੀ ਵੱਡੀ ਭੈਣ ਜਦੋਂ ਪੌੜੀਆਂ ਤੇ ਚੜ੍ਹੀ ਤਾਂ ਚੱਕਰ ਖਾ ਕੇ ਡਿੱਗ ਗਈ। ਉਸਦੇ ਸਿਰ ਤੇ ਡੂੰਘੀ ਸੱਟ ਲੱਗੀ ਸੀ ਤੇ ਉਸ ਝਟਕੇ ਨਾਲ ਮੇਰੀ ਸਭ ਤੋਂ ਵੱਡੀ ਭੈਣ ਦੀ ਮੌਤ ਹੋ ਗਈ ਸੀ। ਭੈਣ ਗੁਜ਼ਰ ਗਈ। ਨਾ ਮਾਂ ਰੋਈ, ਨਾ ਅਸੀਂ ਭੈਣਾਂ ਰੋਈਆਂ। ਮਾਂ ਨੇ ਕਿਹਾ ਮੀਨਾ ਭੁੱਖ ਨਾਲ ਮਰ ਗਈ। ਅਸੀਂ ਕਿਹਾ ਉਹ ਬਹੁਤ ਖੁਸ਼ ਨਸੀਬ ਸੀ। ਅਸੀਂ ਬਦਨਸੀਬ ਭੈਣਾਂ ਜਿੰਦਾ ਸਨ। 1 ਮਹੀਨਾ ਲੰਘ ਗਿਆ ਹੋਵੇਗਾ ਕਿ
ਰਾਜੀਵ ਵਾਪਸ ਆਇਆ ਤੇ ਉਹ ਬਹੁਤ ਸਾਰੇ ਪੈਸੇ ਲੈ ਕੇ ਆਇਆ ਸੀ ਆਪਣੇ ਨਾਲ। ਉਹ ਨੀਲੀ ਸੋਲ ਵੀ ਲਿਆਇਆ ਸੀ। ਰਾਜੀਵ ਨੇ ਕਿਹਾ, ਮਾਂ ਇਹ ਸੋਲ ਮੀਨਾ ਲਈ ਹੈ। ਤਾਂ ਮਾਂ ਨੇ ਕਿਹਾ, ਪੁੱਤ ਹੁਣ ਇਸ ਨੂੰ ਲੈਣ ਲਈ ਉਹ ਇਸ ਦੁਨੀਆ ਵਿੱਚ ਹੀ ਨਹੀਂ ਰਹੀ। ਇਹ ਸੁਣਦੇ ਹੀ ਉਹ ਪਰੇਸ਼ਾਨੀ ਨਾਲ ਸਭ ਦਾ ਮੂੰਹ ਦੇਖਦਾ ਰਿਹਾ। ਫਿਰ ਬੋਲਿਆ, ਮਾਂ ਮੀਨਾ ਕਿਉਂ ਮਰ ਗਈ? ਪਿਤਾ ਜੀ ਮਰ ਜਾਂਦੇ ਤਾਂ ਚੰਗਾ ਹੁੰਦਾ। ਰਾਜੀਵ ਹੁਣ ਗੱਲ ਤੇ ਰੋਂਦਾ ਨਹੀਂ ਸੀ। ਉਹ ਦੁੱਖ ਦੀ ਗੱਲ ਸੁਣ ਕੇ ਵੀ ਹੱਸ ਪੈਂਦਾ ਸੀ। ਰਾਜੀਵ ਦੇ ਘਰ ਆਉਣ ਤੋਂ ਬਾਅਦ ਸਾਡੇ ਘਰ ਵਿੱਚ ਪਾਲਣ ਪੋਸ਼ਣ ਦੀ ਵਿਵਸਥਾ ਹੋ ਗਈ ਸੀ। ਉਸਨੇ ਮਾਂ ਨੂੰ ਕਿਹਾ ਕਿ ਮੈਂ ਇੱਕ ਬਿਜ਼ਨਸ ਕਰਨ ਲੱਗਿਆ ਹਾਂ। ਫਿਰ ਮਾਂ ਨੇ ਕਿਹਾ, ਰੱਬ ਦਾ ਸ਼ੁਕਰ ਹੈ ਰਾਜੀਵ ਦੇ ਦਿਨ ਰਾਤ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਰਿਹਾ ਸੀ। ਉਹ ਕਦੇ ਦਿਨ ਵਿੱਚ ਨਿਕਲਦਾ ਤੇ ਕਦੇ ਰਾਤ ਨੂੰ ਵੀ ਬਾਹਰ ਹੀ ਰਹਿੰਦਾ, ਵਾਪਸ ਹੀ ਨਹੀਂ ਆਉਂਦਾ। ਅਸੀਂ ਪੇਟ ਭਰ ਕੇ ਖਾਣਾ ਖਾਣ ਤੋਂ ਬਾਅਦ ਰਾਜੀਵ ਨੂੰ ਦੁਆਵਾਂ ਦਿੰਦੀਆਂ। ਰਾਜੀਵ ਨੇ ਮਾਂ ਨੂੰ ਕਿਹਾ, ਮਾਂ ਮੈਂ ਜਦੋਂ ਕੰਮ ਕਰਕੇ ਆਉਂਦਾ ਹਾਂ ਤਾਂ ਮੇਰੇ ਨਾਲ ਕੋਈ ਗੱਲ ਨਾ ਕਰੇ। ਉਹ ਘਰ ਆਉਂਦਾ ਤਾਂ ਮੂੰਹ ਲੁਕਾ ਕੇ ਕਮਰੇ ਵਿੱਚ ਚਲਿਆ ਜਾਂਦਾ ਅਤੇ ਜਦੋਂ ਆਰਾਮ ਕਰਕੇ ਬਾਹਰ ਆਉਂਦਾ ਤਾਂ ਖੁਸ਼ ਦਿਖਾਈ ਦਿੰਦਾ। ਉਸਦੇ ਦਿਨ ਤੇ ਰਾਤ ਦਾ ਵਿਵਹਾਰ ਸਾਡੀ ਸਮਝ ਤੋਂ ਬਾਹਰ ਸੀ। ਤੇ ਹੁਣ ਜਦੋਂ ਪੇਟ ਭਰਨ ਲੱਗਿਆ ਤਾਂ ਅਕਲ ਵੀ ਜਾਗ ਉੱਠੀ ਸੀ। ਹੁਣ ਮਾਂ ਨੂੰ ਵੀ ਰਾਜੀਵ ਦੀ ਚਿੰਤਾ ਹੋਣ ਲੱਗੀ ਸੀ। ਮਾਂ ਰਾਜੀਵ ਨੂੰ ਉਸਦੇ ਕੰਮ ਦੇ ਬਾਰੇ ਪੁੱਛਦੀ ਤਾਂ ਉਹ ਟਾਲ ਦਿੰਦਾ ਸੀ। ਮਾਂ ਜਿੱਦ ਕਰਦੀ ਤਾਂ ਉਹ ਉੱਠ ਕੇ ਬਾਹਰ ਚਲਾ ਜਾਂਦਾ ਸੀ। ਇੱਕ ਦਿਨ ਜਦੋਂ ਪਿਤਾ ਜੀ ਘਰ ਆਏ ਤਾਂ ਉਹ ਨਸ਼ੇ ਵਿੱਚ ਨਹੀਂ ਸਨ। ਸਭ ਨੂੰ ਬੜੀ ਹੈਰਾਨੀ ਹੋਈ। ਉਹਨਾਂ ਨੇ ਘਰ ਆ ਕੇ ਰਾਜੀਵ ਨੂੰ ਜ਼ੋਰ-ਜ਼ੋਰ ਨਾਲ ਆਵਾਜ਼ ਮਾਰਨੀ ਸ਼ੁਰੂ ਕੀਤੀ ਤਾਂ ਅਸੀਂ ਸਾਰੀਆਂ ਭੈਣਾਂ ਤੇ ਮਾਂ ਭੱਜ ਕੇ ਪਿਤਾ ਜੀ ਕੋਲ ਗਈਆਂ। ਰਾਜੀਵ ਵੀ ਆਪਣੇ ਕਮਰੇ ਤੋਂ ਬਾਹਰ ਆ ਗਿਆ। ਉਹ ਜਿਵੇਂ ਹੀ ਬਾਹਰ ਆਇਆ, ਪਿਤਾ ਜੀ ਨੇ ਉਸਦੇ ਮੂੰਹ ਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਪਿਤਾ ਜੀ ਨੇ ਕਿਹਾ, ਇਸ ਬੇਸ਼ਰਮ ਨੇ ਤਾਂ ਮੇਰਾ ਨਾਂ ਹੀ ਡੁਬੋ ਦਿੱਤਾ ਹੈ। ਮਾਂ ਨੇ ਕਿਹਾ, ਜੋ ਸ਼ਖਸ ਖੁਦ ਨਸ਼ੇ ਵਿੱਚ ਡੁੱਬਿਆ ਹੋਏ ਉਸਦਾ ਨਾਂ ਕੋਈ ਕੀ ਡੋਬੇਗਾ। ਪਿਤਾ ਜੀ ਨੇ ਕਿਹਾ, ਰਾਜੀਵ ਤੁਹਾਨੂੰ ਸਭ ਨੂੰ ਹਰਾਮ ਦਾ ਖਾਣਾ ਖਵਾ ਰਿਹਾ ਹੈ। ਮਾਂ ਵੀ ਅੱਜ ਰੁਕਣ ਵਾਲੀ ਨਹੀਂ ਸੀ। ਕਹਿਣ ਲੱਗੀ, ਤੁਸੀਂ ਤਾਂ ਅੱਜ ਤੱਕ ਸਾਨੂੰ ਇੱਕ ਨਿਵਾਲਾ ਵੀ ਨਹੀਂ ਖਵਾਇਆ, ਭਾਵੇਂ ਉਹ ਹਰਾਮ ਦਾ ਹੀ ਕਿਉਂ ਨਾ ਹੋਵੇ। ਪਿਤਾ ਜੀ ਰਾਜੀਵ ਦੇ ਜਾਨ ਦੇ ਦੁਸ਼ਮਣ ਬਣ ਗਏ ਸੀ। ਉਹ ਰਾਜੀਵ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਸੀ। ਉਸ ਨੂੰ ਘਰ ਤੋਂ ਕੱਢਣਾ ਚਾਹੁੰਦੇ ਸੀ, ਪਰ ਮਾਂ ਆਪਣੀ ਜਿੱਦ ਤੇ ਰਹੀ। ਪਰ ਜਦੋਂ ਪਿਤਾ ਜੀ ਨੇ ਮਾਂ ਨੂੰ ਤਲਾਕ ਦੇਣ ਦੀ ਧਮਕੀ ਦਿੱਤੀ ਤਾਂ ਮਾਂ ਨੇ ਇੱਕ ਨਜ਼ਰ ਆਪਣੀਆਂ ਧੀਆਂ ਨੂੰ ਦੇਖਿਆ ਤੇ ਚੁੱਪ ਹੋ ਕੇ ਬੈਠ ਗਈ। ਉਸ ਦਿਨ ਪਿਤਾ ਜੀ ਨੇ ਰਾਜੀਵ ਦੀ ਬੇਇੱਜ਼ਤੀ ਕਰਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਪਰ ਰਾਜੀਵ ਦੀਆਂ ਅੱਖਾਂ ਵਿੱਚ ਨਾ ਕੋਈ ਹੰਝੂ ਸੀ ਤੇ ਨਾ ਹੀ ਉਸਦੇ ਚਿਹਰੇ ਤੇ ਕੋਈ ਉਦਾਸੀ ਸੀ। ਰਾਜੀਵ ਘਰ ਛੱਡ ਕੇ ਚਲਾ ਗਿਆ ਤਾਂ ਮਾਂ ਨੇ ਪਿਤਾ ਜੀ ਨੂੰ ਪੁੱਛਿਆ, ਮੇਰੇ ਮੁੰਡੇ ਦਾ ਦੋਸ਼ ਕੀ ਸੀ? ਪਿਤਾ ਜੀ ਨੇ ਮਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਘਰ ਤੋਂ ਬਾਹਰ ਚਲੇ ਗਏ। ਰਾਜੀਵ ਨੇ ਤਾਂ ਘਰ ਛੱਡ ਹੀ ਦਿੱਤਾ ਸੀ, ਪਰ ਉਸਨੇ ਸਾਡੇ ਨਾਲ ਰਿਸ਼ਤਾ ਨਹੀਂ ਤੋੜਿਆ ਸੀ। ਉਹ ਹਰ ਮਹੀਨੇ ਮਾਂ ਨੂੰ ਚੰਗੀ ਰਕਮ ਭੇਜਦਾ ਰਹਿੰਦਾ ਸੀ। ਉਸਦੇ ਪੈਸਿਆਂ ਨਾਲ ਮਾਂ ਨੇ ਨਵੇਂ ਮੁਹੱਲੇ ਵਿੱਚ ਇੱਕ ਘਰ ਖਰੀਦਿਆ। ਉਸ ਮੁਹੱਲੇ ਵਿੱਚ ਕਿਸੇ ਨੂੰ ਨਹੀਂ ਪਤਾ ਸੀ ਕਿ ਅਸੀਂ ਕੀ ਸਹਿ ਕੇ ਆਏ ਹਾਂ। ਮਾਂ ਨੇ ਸਾਡੇ ਲਈ ਰਿਸ਼ਤੇ ਲੱਭੇ ਤੇ ਸਾਡਾ ਵਿਆਹ ਕਰਵਾ ਦਿੱਤਾ। ਸਾਨੂੰ ਨਹੀਂ ਪਤਾ ਸੀ ਕਿ ਰਾਜੀਵ ਕਿੱਥੇ ਹੈ, ਕਿਸ ਹਾਲ ਵਿੱਚ ਹੈ। ਪਰ ਕੱਲ ਜਦੋਂ ਮੈਂ ਬਾਜ਼ਾਰ ਗਈ ਤਾਂ ਮੇਰੀ ਮੁਲਾਕਾਤ ਰਾਜੀਵ ਦੇ ਦੋਸਤ ਰੋਸ਼ਨ ਨਾਲ ਹੋਈ। ਉਹ ਰਾਜੀਵ ਲਈ ਬਹੁਤ ਚਿੰਤਤ ਸੀ। ਉਸਨੇ ਹੱਥ ਜੋੜ ਕੇ ਮੈਨੂੰ ਬੇਨਤੀ ਕੀਤੀ ਕਿ ਮੈਂ ਰਾਜੀਵ ਨੂੰ ਮਿਲ ਲਵਾਂ, ਨਹੀਂ ਤਾਂ ਉਹ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇਗਾ। ਮੈਂ ਕਿਹਾ, ਤੁਸੀਂ ਕਿਰਪਾ ਕਰਕੇ ਮੈਨੂੰ ਰਾਜੀਵ ਕੋਲ ਲੈ ਚੱਲੋ। ਮੈਂ ਕੋਮਲ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਿਆ ਸੀ। ਜਦੋਂ ਉਸਨੇ ਹੱਥ ਜੋੜ ਕੇ ਮੈਨੂੰ ਬੇਨਤੀ ਕੀਤੀ ਸੀ, ਮੈਂ ਮੱਥੇ ਤੋਂ ਵਾਲ ਹਟਾਉਂਦੇ ਹੋਏ ਕਿਹਾ ਕਿ ਮੈਨੂੰ ਸਿਰਫ ਤੇਰੇ ਤੋਂ ਇੰਨਾ ਪੁੱਛਣਾ ਸੀ ਕਿ ਅੱਜ ਜੋ ਕੰਮ ਵਾਲੀ ਸਾਡੇ ਘਰ ਆਈ ਸੀ ਉਸ ਦੀ ਹਕੀਕਤ ਕੀ ਹੈ। ਤੇ ਉਸਨੇ ਕਿਹਾ, ਮੈਂ ਤੁਹਾਨੂੰ ਸਭ ਕੁਝ ਸੱਚ-ਸੱਚ ਦੱਸ ਦਵਾਂਗੀ, ਪਰ ਮੈਨੂੰ ਡਰ ਹੈ ਕਿ ਸੱਚ ਜਾਣਨ ਤੋਂ ਬਾਅਦ ਤੁਸੀਂ ਮੈਨੂੰ ਤਲਾਕ ਦੇ ਦਿਓਗੇ। ਪਰ ਇਸ ਤੋਂ ਪਹਿਲਾਂ ਬਸ ਮੇਰੇ ਨਾਲ ਮਿਲ ਕੇ ਰਾਜੀਵ ਨੂੰ ਲੱਭ ਲਓ। ਫਿਰ ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗੀ। ਹਮੇਸ਼ਾ ਦੀ ਤਰ੍ਹਾਂ ਮੈਂ ਕੋਮਲ ਦੀ ਇਹ ਗੱਲ ਵੀ ਮੰਨ ਲਈ ਸੀ। ਮੈਂ ਉਸ ਨੂੰ ਵਾਅਦਾ ਕੀਤਾ, ਮੈਂ ਰਾਜੀਵ ਨੂੰ ਲੱਭ ਕੇ ਰਹਾਂਗਾ। ਮੈਨੂੰ ਰੋਸ਼ਨ ਵੀ ਯਾਦ ਸੀ। ਕੋਮਲ ਨੇ ਖੁਦ ਹੀ ਕਬੂਲ ਕਰ ਲਿਆ ਸੀ ਕਿ ਉਹ ਉਸ ਨੂੰ ਪਿਆਰ ਕਰਦੀ ਸੀ। ਉਸ ਤੋਂ ਪਹਿਲਾਂ ਸਾਨੂੰ ਰੋਸ਼ਨ ਨੂੰ ਲੱਭਣਾ ਸੀ, ਜੋ ਕੋਮਲ ਨੂੰ ਬਾਜ਼ਾਰ ਵਿੱਚ ਮਿਲਿਆ ਸੀ। ਪਰ ਉਹ ਕੋਮਲ ਨੂੰ ਮਿਲਣ ਤੋਂ ਬਾਅਦ ਕਿਤੇ ਗੁੰਮ ਹੋ ਗਿਆ ਸੀ। ਮੈਂ ਰੋਸ਼ਨ ਤੇ ਰਾਜੀਵ ਬਾਰੇ ਜਾਣਕਾਰੀ ਪ੍ਰਾਪਤ ਕਰ ਲਈ। ਆਪਣੇ ਸਾਰੇ ਦੋਸਤਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਜੋ ਗੱਲਾਂ ਮੈਨੂੰ ਪਤਾ ਚੱਲ ਰਹੀਆਂ ਸਨ
ਉਹ ਬਹੁਤ ਪਰੇਸ਼ਾਨ ਕਰਨ ਵਾਲੀਆਂ ਸਨ। ਰੋਸ਼ਨ ਤੇ ਰਾਜੀਵ ਨੂੰ ਲੋਕ ਜਿਸ ਕੰਮ ਲਈ ਜਾਣਦੇ ਸੀ, ਜੇ ਉਹ ਕੋਮਲ ਆਪਣੇ ਕੰਨਾਂ ਨਾਲ ਸੁਣਦੀ ਤਾਂ ਡੁੱਬ ਕੇ ਮਰ ਜਾਂਦੀ। ਮੈਂ ਉਸ ਦੀ ਖੋਜ ਜਾਰੀ ਰੱਖੀ। ਆਖਰਕਾਰ ਮੈਂ ਉਸ ਦੇ ਫਲੈਟ ਦਾ ਪਤਾ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ। ਸ਼ਾਮ ਹੁੰਦੇ ਹੀ ਜਦੋਂ ਮੈਂ ਦਫ਼ਤਰ ਤੋਂ ਘਰ ਆਇਆ ਤਾਂ ਮੈਂ ਕੋਮਲ ਨੂੰ ਕਿਹਾ, ਕੋਮਲ ਤਿਆਰ ਹੋ ਜਾ, ਅੱਜ ਅਸੀਂ ਰਾਜੀਵ ਨੂੰ ਮਿਲਣ ਜਾਵਾਂਗੇ। ਇਹ ਗੱਲ ਸੁਣ ਕੇ ਉਹ ਖੁਸ਼ੀ ਨਾਲ ਕੁੱਦਣ ਲੱਗ ਪਈ ਸੀ। ਉਸਨੇ ਤੁਰੰਤ ਚੁੰਨੀ ਆਪਣੇ ਸਿਰ ਤੇ ਲਈ ਤੇ ਕਿਹਾ, ਤੁਸੀਂ ਮੈਨੂੰ ਲੈ ਕੇ ਚੱਲੋ। ਅਸੀਂ ਦੋਵੇਂ ਇੱਕ ਪੋਸ਼ ਇਲਾਕੇ ਵਿੱਚ ਇੱਕ ਫਲੈਟ ਦੇ ਸਾਹਮਣੇ ਖੜੇ ਸੀ। ਮੈਂ ਬੈਲ ਵਜਾਈ ਤਾਂ ਰੋਸ਼ਨ ਨੇ ਦਰਵਾਜ਼ਾ ਖੋਲ੍ਹਿਆ। ਉਹ ਮੈਨੂੰ ਨਹੀਂ ਜਾਣਦਾ ਸੀ, ਇਸ ਲਈ ਉਸਨੇ ਕਿਹਾ, ਅੱਜ ਕੱਲ੍ਹ ਰਾਜੀਵ ਕੋਈ ਸ਼ੋਅ ਨਹੀਂ ਕਰ ਰਿਹਾ ਹੈ, ਤੁਸੀਂ ਇੱਥੋਂ ਜਾ ਸਕਦੇ ਹੋ। ਰੋਸ਼ਨ ਦਾ ਹਾਲ ਔਰਤਾਂ ਵਾਲਾ ਸੀ। ਉਸ ਵਕਤ ਮੇਰੇ ਪਿੱਛੇ ਤੋਂ ਕੋਮਲ ਨਿਕਲ ਕੇ ਸਾਹਮਣੇ ਆ ਗਈ ਤੇ ਰੋਸ਼ਨ ਪਿੱਛੇ ਹਟ ਗਿਆ। ਹੁਣੇ ਰਾਜੀਵ ਦੇ ਫਲੈਟ ਵਿੱਚ ਦਾਖਲ ਹੋਏ ਸੀ। ਰਾਜੀਵ ਸਾਹਮਣੇ ਲਾਊਂਜ ਵਿੱਚ ਹੀ ਬੈਠਾ ਸੀ। ਉਸ ਦੇ ਸੋਫੇ ਦੇ ਸਾਹਮਣੇ ਦਾ ਟੇਬਲ ਤਰ੍ਹਾਂ ਤਰ੍ਹਾਂ ਦੇ ਨਸ਼ੇ ਦੇ ਸਮਾਨ ਨਾਲ ਭਰਿਆ ਹੋਇਆ ਸੀ। ਇਸ ਸਮੇਂ ਵੀ ਉਹ ਨਸ਼ੇ ਵਿੱਚ ਹੀ ਦਿਖ ਰਿਹਾ ਸੀ। ਕੋਮਲ ਨੂੰ ਦੇਖਦੇ ਹੀ ਉਸਨੇ ਇਸ਼ਾਰਾ ਕੀਤਾ ਸੀ ਕਿ ਇਹ ਸਾਰੀਆਂ ਚੀਜ਼ਾਂ ਉਠਾ ਕੇ ਲੈ ਜਾਓ। ਉਹ ਬੜੇ ਗੁੱਸੇ ਨਾਲ ਬੋਲਿਆ, ਇੱਥੇ ਕੀ ਕਰਨ ਆਈ ਹੈ? ਕੋਮਲ ਰਾਜੀਵ ਨੂੰ ਇਸ ਹਾਲਤ ਵਿੱਚ ਦੇਖ ਕੇ ਰੋ ਪਈ। ਤੇਰੀ ਇਹ ਹਾਲਤ ਕਿਵੇਂ ਹੋਈ ਮੇਰੇ ਭਰਾ? ਰਾਜੀਵ ਰੋ ਪਿਆ ਤੇ ਕਿਹਾ ਕਿ ਕੀ ਸੁਣੇਗੀ, ਰਹਿਣ ਦੇ। ਕਿੱਥੋਂ ਤੋਂ ਸ਼ੁਰੂ ਕਰਾਂਗਾ ਤੇ ਕਿੱਥੇ ਖਤਮ? ਕੀ ਤੂੰ ਇਹ ਸੁਣਨ ਲਈ ਆਈ ਹੈ ਕਿ ਰਾਜੀਵ ਪੂਰੇ ਸ਼ਹਿਰ ਵਿੱਚ ਸਭ ਤੋਂ ਮਸ਼ਹੂਰ ਹਿੰਜੜਾ ਹੈ? ਰਾਜੀਵ ਦੀ ਗੱਲ ਸੁਣ ਕੇ ਕੋਮਲ ਤੜਫ ਉੱਠੀ। ਤੈਨੂੰ ਯਾਦ ਹੈ ਨਾ ਕਿ ਮੇਰੀ ਭੈਣ ਮੀਨਾ ਭੁੱਖ ਨਾਲ ਮਰ ਗਈ ਸੀ? ਤੈਨੂੰ ਤਾਂ ਯਾਦ ਹੀ ਹੋਵੇਗਾ, ਪਰ ਤੂੰ ਇਹ ਨਹੀਂ ਜਾਣਦੀ ਕਿ ਤੇਰਾ ਭਰਾ ਰਾਜਵੀਰ ਵੀ ਭੁੱਖ ਨਾਲ ਮਰ ਗਿਆ ਸੀ। ਉਸ ਵਿੱਚ ਇੱਕ ਨਵੀਂ ਆਤਮਾ ਪੈਦਾ ਹੋ ਗਈ ਸੀ, ਇੱਕ ਕਿੰਨਰ ਦੀ ਆਤਮਾ। ਘਰ ਵਿੱਚ ਗਰੀਬੀ ਵੀ ਸੀ, ਇਸ ਲਈ ਮੈਨੂੰ ਰੋਸ਼ਨ ਨੇ ਕਿਹਾ, ਰਾਤ ਵਿੱਚ ਲਿਪਸਟਿਕ ਲਾ ਕੇ ਭੀਖ ਮੰਗਦੇ ਹਾਂ। ਮੈਂ ਉਸ ਦੀ ਗੱਲ ਮੰਨ ਲਈ, ਪਰ ਉਸ ਰਾਤ ਭੀਖ ਨਹੀਂ ਮਿਲੀ, ਬਲਕਿ ਘਟੀਆ ਜਵਾਬ ਸੁਣਨ ਨੂੰ ਮਿਲੇ ਸੀ। ਮੇਰੀ ਆਤਮਾ ਤਾਂ ਉਸ ਰਾਤ ਹੀ ਮਰ ਗਈ ਸੀ। ਹੁਣ ਮੈਂ ਤੇ ਰੋਸ਼ਨ ਰਾਤ ਨੂੰ ਮੇਕਅਪ ਕਰਕੇ ਭੀਖ ਮੰਗਦੇ ਸੀ। ਇੱਕ ਰਾਤ ਸਾਨੂੰ ਕਿੰਨਰਾਂ ਦੇ ਗੁਰੂ ਨੇ ਅਗਵਾ ਕਰ ਲਿਆ। ਉਹਨਾਂ ਨੇ ਕਈ ਦਿਨਾਂ ਤੱਕ ਸਾਨੂੰ ਭੁੱਖੇ ਰੱਖਦੇ ਹੋਏ ਮਾਰਿਆ ਵੀ ਸੀ। ਉਹ ਗੁੱਸੇ ਵਿੱਚ ਸਨ ਕਿ ਅਸੀਂ ਕਿਉਂ ਉਹਨਾਂ ਦੀਆਂ ਸੇਵਾਵਾਂ ਦਾ ਉਲੰਘਣ ਕੀਤਾ। ਅਸੀਂ ਆਦਮੀ ਹੋ ਕੇ ਵੀ ਕਿਉਂ ਤੀਜੇ ਦੇ ਜਿਉਣ ਦੇ ਹੱਕ ਨੂੰ ਲੁੱਟ ਰਹੇ ਹਾਂ? ਭਲਾ ਇਹ ਕੀ ਗੱਲ ਹੋਈ ਕੋਮਲ? ਭੀਖ ਮੰਗਣਾ ਵੀ ਕਿਸੇ ਦਾ ਹੱਕ ਹੁੰਦਾ ਹੈ? ਅਸੀਂ ਦੋਵਾਂ ਨੇ ਉਹਨਾਂ ਦੇ ਗੁਰੂ ਨੂੰ ਆਪਣੇ ਹਾਲਾਤ ਦੱਸੇ ਤਾਂ ਉਸ ਦਾ ਦਿਲ ਨਰਮ ਪੈ ਗਿਆ ਸੀ। ਉਸਨੇ 1 ਮਹੀਨੇ ਬਾਅਦ ਸਾਡੇ ਪੈਸੇ ਦੇ ਕੇ ਭੇਜ ਦਿੱਤਾ ਸੀ। ਪਰ ਜਦੋਂ ਮੈਂ ਘਰ ਆਇਆ ਤਾਂ ਮੇਰੀ ਭੈਣ ਮੀਨਾ ਘਰ ਵਿੱਚ ਨਹੀਂ ਸੀ। ਮੈਂ ਟੁੱਟ ਗਿਆ ਸੀ, ਪਰ ਮੈਂ ਸੋਚਦਾ ਸੀ ਕਿ ਤੁਸੀਂ ਸਾਰੇ ਜਣੇ ਭੁੱਖ ਦੇ ਨਾਲ ਮਰ ਨਾ ਜਾਓ। ਇਸ ਲਈ ਮੈਂ ਰੋਜ਼ ਰਾਤ ਨੂੰ ਚਿਹਰੇ ਤੇ ਮੇਕਅਪ ਲਾ ਕੇ ਭੀਖ ਮੰਗਦਾ ਸੀ। ਮੈਨੂੰ ਚੰਗੇ ਪੈਸੇ ਮਿਲਣ ਲੱਗੇ ਸੀ ਤੇ ਘਰ ਦੇ ਹਾਲਾਤ ਵੀ ਸੁਧਰਨ ਲੱਗੇ ਸੀ। ਪਰ ਹਮੇਸ਼ਾ ਹਰਾਮ ਦੀ ਖਾਣ ਪੀਣ ਵਾਲੇ ਮੇਰੇ ਪਿਤਾ ਜੀ ਨੂੰ ਮੇਰੀ ਕਮਾਈ ਹਰਾਮ ਦੀ ਕਿਵੇਂ ਲੱਗ ਗਈ? ਉਸ ਨੂੰ ਕਿਸੇ ਨੇ ਦੱਸਿਆ ਸੀ ਕਿ ਮੈਂ ਕਿੰਨਰ ਬਣ ਕੇ ਸੜਕ ਤੇ ਭੀਖ ਮੰਗਦਾ ਹਾਂ। ਉਸਨੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਸੀ। ਤਾਂ ਮੈਂ ਜਿੱਦ ਵਿੱਚ ਆ ਗਿਆ ਤੇ ਵਾਪਸ ਉਸ ਗੁਰੂ ਕੋਲ ਚਲਾ ਗਿਆ ਜਿਸ ਨੇ ਮੈਨੂੰ ਅਗਵਾ ਕਰਾਇਆ ਸੀ। ਮੈਂ ਉਸ ਨੂੰ ਕਿਹਾ, ਗੁਰੂ ਤੁਸੀਂ ਮੈਨੂੰ ਆਪਣੇ ਨਾਲ ਮਿਲਾ ਲਓ। ਉਹ ਹੱਸਣ ਲੱਗਿਆ। ਉਸ ਦੇ ਸ਼ਬਦ ਅੱਜ ਵੀ ਮੈਨੂੰ ਯਾਦ ਹਨ ਕਿ ਜੇ ਤੂੰ ਨੱਚਣਾ ਤੇ ਗਾਉਣਾ ਸਿੱਖ ਲਵੇ ਤਾਂ ਤੂੰ ਬਹੁਤ ਅੱਗੇ ਜਾਵੇਗਾ, ਕਿਉਂਕਿ ਤੇਰੇ ਵਿੱਚ ਨਖਰੇ ਵੀ ਬਹੁਤ ਹਨ। ਫਿਰ ਮੈਂ ਸਭ ਕੁਝ ਸਿੱਖ ਲਿਆ, ਨੱਚਣਾ ਗਾਉਣਾ। ਮੈਂ ਆਪਣੇ ਸ਼ਰਾਬੀ ਬਾਪ ਦੇ ਹੱਥੋਂ ਮਜਬੂਰ ਹੋ ਕੇ ਆਦਮੀ ਤੋਂ ਕਿੰਨਰ ਬਣ ਗਿਆ। ਪੂਰੇ ਸ਼ਹਿਰ ਵਿੱਚ ਮੇਰਾ ਹੀ ਨਾਂ ਗੂੰਜਣ ਲੱਗਿਆ ਸੀ। ਲੋਕ ਮੈਨੂੰ ਦੂਰ ਦੂਰ ਤੋਂ ਆਪਣੇ ਵਿਆਹ ਸਮੇਂ ਪ੍ਰੋਗਰਾਮ ਵਿੱਚ ਬੁਲਾਉਂਦੇ ਸੀ। ਮੈਂ ਜਾਂਦਾ ਤੇ ਡਾਂਸ ਕਰਕੇ ਬਹੁਤ ਪੈਸੇ ਕਮਾਉਂਦਾ ਸੀ ਤੇ ਫਿਰ ਉਹ ਪੈਸੇ ਆਪਣੇ ਸਾਹਮਣੇ ਰੱਖ ਦਿੰਦਾ ਤੇ ਨਸ਼ੇ ਵਿੱਚ ਹੋ ਕੇ ਆਪਣੇ ਆਪ ਨੂੰ ਮਾਰਦਾ ਪਿੱਟਦਾ, ਖੁਦ ਨੂੰ ਗਾਲਾਂ ਦਿੰਦਾ ਕਿ ਮੈਂ ਕਿੱਦਾਂ ਦਾ ਬੰਦਾ ਹਾਂ। ਹਾਲਾਤਾਂ ਤੋਂ ਤੰਗ ਆ ਕੇ ਕਿੰਨਰ ਬਣ ਗਿਆ। ਫਿਰ ਮੈਂ ਸਾਰੇ ਪੈਸੇ ਤੁਹਾਨੂੰ ਭੇਜ ਦਿੰਦਾ ਸੀ। ਜਿਸ ਦਿਨ ਤੁਹਾਡੇ ਵਿੱਚੋਂ ਕਿਸੇ ਭੈਣ ਦਾ ਵਿਆਹ ਹੁੰਦਾ ਸੀ ਤਾਂ ਮੈਂ ਸਾਰੇ ਪ੍ਰੋਗਰਾਮ ਰੱਦ ਕਰਕੇ ਮੁੰਡਿਆਂ ਦੀਆਂ ਤਰ੍ਹਾਂ ਕੱਪੜੇ ਪਾ ਕੇ ਬਹੁਤ ਖੁਸ਼ ਹੋ ਜਾਂਦਾ ਸੀ ਕਿ ਭੈਣਾਂ ਦੇ ਸਿਰ ਤੇ ਹੱਥ ਰੱਖ ਕੇ ਤੁਹਾਨੂੰ ਵਿਦਾ ਕਰ ਦੇਣਾ। ਪਰ ਫਿਰ ਸੋਚਦਾ ਸੀ ਕਿ ਜੇ ਉੱਥੇ ਕਿਸੇ ਬਰਾਤੀ ਨੇ ਮੈਨੂੰ ਪਛਾਣ ਲਿਆ ਤਾਂ ਕੀ ਹੋਵੇਗਾ? ਬਸ ਇਹੀ ਸੋਚ ਕੇ ਫਿਰ ਤੋਂ ਰੋਣ ਲੱਗਦਾ ਸੀ। ਫਿਰ ਇੱਕ ਇੱਕ ਕਰਕੇ ਮੇਰੀਆਂ ਸਾਰੀਆਂ ਭੈਣਾਂ ਦਾ ਵਿਆਹ ਹੋ ਗਿਆ। ਪਿਤਾ ਜੀ ਹੋਰ ਜ਼ਿਆਦਾ ਬੇਫਿਕਰ ਹੋ ਗਏ ਸੀ। ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮਾਂ ਪੈਸਿਆਂ ਵਿੱਚੋਂ
ਉਸ ਬੇਫਿਕਰ ਇਨਸਾਨ ਨੂੰ ਵੀ ਪੈਸੇ ਦਿੰਦੀ ਹੋਵੇਗੀ। ਪਰ ਤੈਨੂੰ ਪਤਾ ਹੈ ਕਮਲ, ਜਦੋਂ ਮੈਂ ਇੱਕ ਸਮਾਰੋਹ ਵਿੱਚ ਸਟੇਜ ਤੇ ਨੱਚ ਰਿਹਾ ਸੀ ਤਾਂ ਮੇਰੀ ਨਜ਼ਰ ਕਿਸ ਤੇ ਪਈ? ਉਸ ਇਨਸਾਨ ਤੇ ਜਿਸ ਨੂੰ ਅਸੀਂ ਆਪਣਾ ਬਾਪ ਕਹਿੰਦੇ ਹਾਂ। ਉਹ ਨਸ਼ੇ ਵਿੱਚ ਡੁੱਬਿਆ ਹੋਇਆ ਸੀ। ਮੇਰੇ ਮੇਕਅਪ ਦੇ ਪਿੱਛੇ ਲੁਕੇ ਹੋਏ ਚਿਹਰੇ ਨੂੰ ਪਹਿਚਾਣ ਨਹੀਂ ਪਾਇਆ। ਪਿਤਾ ਜੀ ਮੇਰੇ ਇੱਕ ਇੱਕ ਠੁਮਕੇ ਦੇ ਪੈਸਿਆਂ ਦੀ ਬਰਸਾਤ ਕਰ ਰਹੇ ਸੀ। ਮੈਂ ਉਹ ਪੂਰਾ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਪਿਤਾ ਜੀ ਦੇ ਕੰਨ ਵਿੱਚ ਜਾ ਕੇ ਕਿਹਾ, ਪਿਤਾ ਜੀ ਮੈਂ ਤੁਹਾਡਾ ਰਾਜੀਵ ਹਾਂ। ਕੀ ਮੈਂ ਸਭ ਨੂੰ ਦੱਸ ਦੇਵਾਂ ਕਿ ਤੁਸੀਂ ਮੈਨੂੰ ਜਨਮ ਦਿੱਤਾ ਹੈ? ਤੂੰ ਮੇਰੇ ਹਰਾਮ ਦੇ ਪੈਸੇ ਨਾਲ ਬਹੁਤ ਵੱਡਾ ਇੱਜ਼ਤਦਾਰ ਬਣਿਆ ਬੈਠਾ ਹੈ। ਮੇਰੀਆਂ ਗੱਲਾਂ ਸੁਣ ਕੇ ਮੇਰੇ ਪਿਤਾ ਜੀ ਨੇ ਮੇਰੇ ਚਿਹਰੇ ਤੇ ਥੁੱਕ ਦਿੱਤਾ ਸੀ। ਕੋਮਲ, ਰਾਜੀਵ ਉੱਚੀ ਉੱਚੀ ਰੋਣ ਲੱਗਾ। ਕੋਮਲ ਉਸਦੇ ਗਲ ਲੱਗ ਕੇ ਤੜਫ ਰਹੀ ਸੀ। ਮੇਰੀ ਤੇ ਰੋਸ਼ਨ ਦੀਆਂ ਅੱਖਾਂ ਵੀ ਭਿੱਜ ਗਈਆਂ ਸੀ। ਉਦੋਂ ਰਾਜੀਵ ਨੇ ਕਿਹਾ, ਪਿਤਾ ਜੀ ਨੇ ਉਸ ਮੁੰਡੇ ਦੇ ਚਿਹਰੇ ਤੇ ਥੁੱਕ ਦਿੱਤਾ ਜਿਸ ਨੇ ਉਹਨਾਂ ਦੀ ਵਜ੍ਹਾ ਨਾਲ ਆਪਣੀ ਮਰਦਾਨਗੀ ਗਵਾ ਦਿੱਤੀ ਤੇ ਆਪਣੀ ਇੱਜ਼ਤ ਨੂੰ ਮਾਰ ਸੁੱਟਿਆ ਸੀ। ਪਿਤਾ ਜੀ ਨੇ ਸਾਡੇ ਸਾਰਿਆਂ ਤੇ ਬਹੁਤ ਹੀ ਜ਼ੁਲਮ ਕੀਤਾ ਹੈ। ਉਦੋਂ ਮੈਨੂੰ ਪਤਾ ਲੱਗਿਆ ਕਿ ਮਾਂ ਪਿਤਾ ਜੀ ਨੂੰ ਛੱਡ ਕੇ ਆਪਣੀ ਦੂਜੀ ਕੁੜੀ ਦੇ ਘਰ ਚਲੀ ਗਈ ਹੈ ਤਾਂ ਮੈਂ ਪੈਸੇ ਭੇਜਣੇ ਬੰਦ ਕਰ ਦਿੱਤੇ। ਹੁਣ ਤਾਂ ਖੈਰ ਮੈਂ ਨੱਚਣਾ ਵੀ ਛੱਡ ਦਿੱਤਾ। ਇਸ ਲਈ ਮੇਰੀ ਇਹ ਹਾਲਤ ਹੈ। ਮੈਂ ਭਰਾ ਹੋਣ ਦਾ ਫਰਜ਼ ਨਿਭਾਇਆ ਹੈ। ਮੈਂ ਆਪਣੀਆਂ ਭੈਣਾਂ ਦੇ ਵਿਆਹ ਤਾਂ ਕਰ ਦਿੱਤੇ, ਪਰ ਮੈਂ ਇਸ ਪਾਪੀ ਤੇ ਅਪਮਾਨਜਨਕ ਜੀਵਨ ਨੂੰ ਛੱਡ ਕੇ ਸਭ ਤੋਂ ਲੁਕ ਕੇ ਰਹਿਣਾ ਚਾਹੁੰਦਾ ਹਾਂ। ਕੋਮਲ ਤੇ ਰਾਜੀਵ ਦੇ ਚਿਹਰੇ ਤੇ ਉਹਨਾਂ ਦਾ ਦੁੱਖ ਬਹੁਤ ਆਸਾਨੀ ਨਾਲ ਦੇਖਿਆ ਜਾ ਸਕਦਾ ਸੀ। ਕੋਮਲ ਨੇ ਕਿਹਾ, ਰਾਜਵੀਰ ਤੂੰ ਸਾਡੇ ਲਈ ਜੋ ਕੁਝ ਵੀ ਕੀਤਾ ਹੈ ਮੇਰੇ ਭਰਾ, ਉਸ ਦਾ ਕਰਜ਼ ਤਾਂ ਅਸੀਂ ਸਾਰੀ ਜ਼ਿੰਦਗੀ ਨਹੀਂ ਉਤਾਰ ਸਕਦੇ। ਅੱਜ ਅਸੀਂ ਸਾਰੀਆਂ ਭੈਣਾਂ ਆਪਣੇ ਆਪਣੇ ਘਰਾਂ ਵਿੱਚ ਖੁਸ਼ੀ ਦੀ ਜ਼ਿੰਦਗੀਆਂ ਜੀ ਰਹੀਆਂ ਹਾਂ ਤੇ ਤੂੰ ਇੱਥੇ ਕਿਸ ਮੁਸੀਬਤ ਵਿੱਚ ਗੁਜ਼ਰ ਰਿਹਾ ਹੈ? ਰਾਜੀਵ ਤੂੰ ਜਾਣਦਾ ਹੈ ਕਿ ਪਿਤਾ ਜੀ ਭੀਖ ਮੰਗਣ ਲੱਗੇ ਹਨ। ਇੱਕ ਦਿਨ ਸਾਡੇ ਘਰ ਕਿਸੇ ਨੇ ਦਰਵਾਜ਼ਾ ਖੜਕਾਇਆ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਪਿਤਾ ਜੀ ਖੜੇ ਭੀਖ ਮੰਗ ਰਹੇ ਸੀ। ਮੇਰੇ ਭਾਈ, ਮੈਂ ਉਹਨਾਂ ਨੂੰ ਘਰ ਬੁਲਾ ਲਿਆ ਤੇ ਕਿਹਾ ਕਿ ਮੇਰੇ ਘਰ ਦੀ ਸਫਾਈ ਕਰ ਦਿਆ ਕਰੋ ਤੇ ਤੁਹਾਨੂੰ 2 ਵਕਤ ਦੀ ਰੋਟੀ ਦੇ ਦਿਆ ਕਰਾਂਗੀ। ਉਹ ਆਉਂਦਾ ਹੈ ਮੇਰੇ ਘਰ, ਬੜੀ ਮੁਸ਼ਕਲ ਨਾਲ ਸਫਾਈ ਕਰਦਾ ਹੈ। ਉਸ ਦੀਆਂ ਬੁੱਢੀਆਂ ਹੱਡੀਆਂ ਵਿੱਚ ਇੰਨੀ ਜਾਨ ਨਹੀਂ ਰਹੀ ਹੈ ਕਿ ਉਹ ਕੰਮ ਕਰ ਸਕੇ, ਪਰ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਭੀਖ ਮੰਗੇ। ਸਾਰੀ ਜ਼ਿੰਦਗੀ ਉਸਨੇ ਮੁਫਤ ਵਿੱਚ ਰੋਟੀਆਂ ਤੋੜੀਆਂ ਹਨ। ਕੀ ਉਹ ਹੁਣ ਵੀ ਇਦਾਂ ਹੀ ਕਰੇ? ਮੈਂ ਉਸ ਤੋਂ ਸਾਡੇ ਸਾਰਿਆਂ ਦਾ ਹਿਸਾਬ ਲੈਣਾ ਚਾਹੁੰਦੀ ਹਾਂ। ਫਿਰ ਕੋਮਲ ਨੇ ਮੇਰੇ ਵੱਲ ਮੁੜ ਕੇ ਕਿਹਾ, ਰਮੇਸ਼ ਉਹ ਕੰਮ ਵਾਲੀ ਦੇ ਰੂਪ ਵਿੱਚ ਜੋ ਸ਼ਖਸ ਸੀ ਉਹ ਮੇਰਾ ਸਕਾ ਬਾਪ ਹੈ। ਹੁਣ ਸਾਰੀ ਸੱਚਾਈ ਮੇਰੇ ਸਾਹਮਣੇ ਸੀ। ਮੈਂ ਕੋਮਲ ਨੂੰ ਮਾਫ ਕਰ ਦਿੱਤਾ। ਮੈਨੂੰ ਹੀ ਰਾਜੀਵ ਦਾ ਵੱਡਾ ਭਰਾ ਬਣਨਾ ਪਿਆ। ਮੈਂ ਉਸ ਨੂੰ ਤੇ ਰੋਸ਼ਨ ਨੂੰ ਆਪਣੇ ਨਾਲ ਘਰ ਲੈ ਆਇਆ। ਜਦ ਡਾਕਟਰ ਨਾਲ ਗੱਲ ਕੀਤੀ ਤਾਂ ਉਹਨਾਂ ਦੋਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਵਾਉਣਾ ਪਿਆ। ਇੱਥੇ ਹਰ ਹਫ਼ਤੇ ਉਹਨਾਂ ਦਾ ਮਨੋਚਿਕਿਤਸਾ ਦੁਆਰਾ ਵੀ ਇਲਾਜ ਕੀਤਾ ਜਾਣ ਲੱਗਿਆ। ਜੀਵਨ ਦੀਆਂ ਬਹੁਤ ਹੀ ਕੜਵੀਆਂ ਯਾਦਾਂ ਉਹਨਾਂ ਦੇ ਦਿਮਾਗ ਵਿੱਚ ਬੈਠ ਗਈਆਂ ਸੀ, ਜਿਨ੍ਹਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਖਤਮ ਕਰਨਾ ਜ਼ਰੂਰੀ ਸੀ। ਮੈਂ ਤੇ ਕੋਮਲ ਹਰ ਹਫ਼ਤੇ ਉਹਨਾਂ ਨੂੰ ਮਿਲਣ ਜਾਂਦੇ ਸੀ। ਉਹਨਾਂ ਵਿੱਚ ਬਹੁਤ ਤੇਜ਼ੀ ਨਾਲ ਸੁਧਾਰ ਹੋ ਰਿਹਾ ਸੀ। ਜਦੋਂ ਕਿ ਕੋਮਲ ਆਪਣੇ ਭਰਾ ਲਈ ਰਿਸ਼ਤਾ ਲੱਭਣ ਵਿੱਚ ਲੱਗੀ ਹੋਈ ਸੀ। ਜਿੱਥੇ ਤੱਕ ਕੋਮਲ ਦੇ ਪਿਤਾ ਜੀ ਦਾ ਸਵਾਲ ਹੈ, ਉਹ ਹਰ ਰੋਜ਼ ਸਾਡੇ ਘਰ ਦੀ ਸਫਾਈ ਕਰਨ ਆਉਂਦੇ ਹਨ। ਮੈਂ ਕੋਮਲ ਨੂੰ ਸਮਝਾਉਂਦਾ ਹਾਂ ਕਿ ਉਹ ਆਪਣੇ ਪਿਤਾ ਜੀ ਨੂੰ ਮਾਫ ਕਰ ਦੇ, ਪਰ ਉਹ ਹੁਣ ਵੀ ਉਹਨਾਂ ਨੂੰ ਮਾਫ ਕਰਨ ਲਈ ਦਿਮਾਗੀ ਤੌਰ ਤੇ ਤਿਆਰ ਨਹੀਂ ਹੈ। ਦੋਸਤੋ, ਹੁਣ ਤੁਸੀਂ ਹੀ ਦੱਸੋ ਕਿ ਕੋਮਲ ਨੂੰ ਆਪਣੇ ਪਿਤਾ ਜੀ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਇਸੇ ਤਰ੍ਹਾਂ ਆਪਣੇ ਉੱਪਰ ਹੋਏ ਜ਼ੁਲਮ ਦਾ ਬਦਲਾ ਲੈਣਾ ਚਾਹੀਦਾ ਹੈ? ਆਪਣੇ ਕੀਮਤੀ ਵਿਚਾਰ ਜ਼ਰੂਰ ਦੱਸਣਾ।